ਇੱਕ ਨੋਟੀਫਿਕੇਸ਼ਨ ਆਉਂਦੀ ਆ ਕਿ ਜੁਗਾੜ ਮੋਟਰਸਾਈਕਲ ਬੰਦ ਕੀਤੇ ਜਾਣਗੇ, ਚਲਾਨ ਵੀ ਹੁੰਦੇ ਆ। ਪਰ ਹੁਣ ਉਸ ਚੀਜ਼ ਦੇ ਉੱਤੇ ਇਹ ਵੀ ਹੁਣ ਸਾਹਮਣੇ ਖਬਰ ਸਾਹਮਣੇ ਆ ਰਹੀ ਹੈ ਕਿ ਭਗਵੰਤ ਮਾਨ ਸਾਹਿਬ ਨਾਰਾਜ਼ ਹੋ ਗਏ ਤੇ ਟਰਾਂਸਪੋਰਟ ਡਿਪਾਰਟਮੈਂਟ ਤੋਂ ਰਿਪੋਰਟ ਮੰਗੀ ਹੈ। ਜਿਵੇਂ ਪੰਜਾਬੀ ਦੀ ਕਹਾਵਤ ਆ ਨਾ ਵੀ ਮਾਂ ਥਾਣੇਦਾਰ ਬਣਦਿਆਂ ਤੇ ਪਹਿਲਾਂ ਬਾਪੂ ਦੀ ਮੌਰ ਕੁੱਟੂਗਾ, ਉਹ ਗੱਲ ਇਹਨਾਂ ਨੇ ਕੀਤੀ। ਜਿਹੜੇ ਗਰੀਬ ਲੋਕਾਂ ਨੇ, ਆਮ ਲੋਕਾਂ ਨੇ ਅੱਜ ਸੱਤਾ ਤੇ ਲਿਆਂਦਾ ਇਸ ਪਾਰਟੀ ਨੂੰ, ਉਸ ਪਾਰਟੀ ਨੇ ਮੈਂ ਸਮਝਦਾ ਰੁਜ਼ਗਾਰ ਖੋ ਕੇ, ਉਹਨਾਂ ਦੇ ਮੂੰਹ ਤੋਂ ਅੰਨ ਖੋ ਕੇ, ਉਹਨਾਂ ਦੇ ਕਾਰੋਬਾਰ ਬੰਦ ਕਰਾ ਕੇ ਜੋ ਮੈਂ ਸਮਝਦਾ ਫੈਸਲਾ ਕੀਤਾ ਸਰਾਸਰ ਗਲਤ ਆ ਔਰ ਦੁਖਦਾਈ ਆ। ਗੱਲ ਕੀਤੀ ਜਾਵੇ ਇਦਾਂ ਹੀ ਕੁਝ ਪਿੱਛੇ ਜੇ ਹੋਇਆ ਸੀ ਜਦੋਂ ਬਿਜਲੀ ਦੀ ਗਰੰਟੀ ਪੂਰੀ ਕਰਨ ਦੀ ਗੱਲ ਸਾਹਮਣੇ ਆਈ ਸੀ। ਪਹਿਲਾਂ 300 ਬਿਜਲੀ ਯੂਨਿਟ ਫ੍ਰੀ ਦੀ ਗੱਲ ਕੀਤੀ ਗਈ, ਵੋਟਾਂ ਵਾਲੇ ਸ਼੍ਰੇਣੀ ਨਹੀਂ ਦੱਸੀ ਗਈ ਸੀ। ਜਦੋਂ ਬਿਜਲੀ ਦੀ ਫ੍ਰੀ ਦੀ ਗੱਲ ਆਈ ਤੇ ਸ਼੍ਰੇਣੀਆਂ 'ਚ ਵੰਡ ਦਿੱਤਾ ਗਿਆ। ਫਿਰ ਕਹਿੰਦੇ ਜੀ 1 ਕਿਲੋਵਾਟ ਦੇ ਉੱਤੇ ਸੀਮਿਤ ਕਰ ਦਿੱਤਾ, ਫਿਰ ਉੱਤੇ ਕੈਪਿੰਗ ਵੀ ਲਾ ਦਿੱਤੀ। ਆਮ ਪਾਰਟੀ ਨੂੰ ਕਨਫਿਊਜ਼ ਲੋਕਾਂ ਦੀ ਪਾਰਟੀ ਕਿਹਾ ਜਾਂਦਾ, ਹਰ ਗੱਲ 'ਚ ਕਨਫਿਊਜ਼ ਆ। ਛੋਟੀ ਜਿਹੀ ਗੱਲ ਨੂੰ ਚਮਕਾਉਣ ਤੇ ਜ਼ੋਰ ਲਾ ਦਿੰਦੇ ਨੇ ਤੇ ਚਮਕਾਉਂਦੇ ਉਸ ਚੀਜ਼ ਦਾ ਅਸਲੀ ਖਾਸਾ ਜਗ ਜ਼ਾਹਰ ਹੋ ਜਾਂਦਾ। ਇਹ ਤਰਾਸਦੀ ਹੈ ਆਪ ਪਾਰਟੀ ਦੀ। ਤੇ ਬਾਹਰ ਨਿਕਲਿਆ ਚੂਹਾ ਵਿੱਚੋਂ ਕੁਝ ਨਾ ਨਿਕਲਿਆ, ਬਲਕਿ ਫਾਇਦੇ ਦੀ ਦਾ ਨੁਕਸਾਨ ਕਰਤਾ। ਪਹਿਲਾਂ 2 ਕਿਲੋਵਾਟ ਦੀ ਤਾਂ ਵਿਵਸਥਾ ਸੀ, 200 ਯੂਨਿਟ ਬਿਜਲੀ ਮਾਫ ਜਿਹਨੂੰ ਦਿੱਤੀ ਸੀ ਤੇ ਕੋਈ ਗੈਪ ਨਹੀਂ ਸੀ ਵੀ ਜੇ 200 ਯੂਨਿਟ ਬਿਜਲੀ ਮਾਫ ਹੈ, ਜੇ ਉੱਪਰਲਾ ਉਹ ਤੋਂ ਵੱਧ ਫੂਕੇਗਾ ਤਾਂ ਉਹਦੇ ਹੀ ਪੈਸੇ ਲੱਗਣੇ ਸੀ। ਹੁਣ ਨਵਾਂ ਫਾਰਮੂਲਾ ਕਰਤਾ ਵੀ ਜੇ 300 ਯੂਨਿਟ ਮਾਫ ਆ ਤੇ ਉਹ ਵੀ 1 ਕਿਲੋਵਾਟ ਆਏ। 1 ਕਿਲੋਵਾਟ ਆਏ ਨਾਲ ਤਾਂ 2 ਪੱਖੇ ਨਹੀਂ ਚੱਲਦੇ। ਜਿਸ ਦਿਨ ਮਾਨ ਸਾਹਿਬ ਬੈਠੇ, ਮੁੱਖ ਮੰਤਰੀ ਸਾਹਿਬ ਦਾ ਪਦ ਸੰਭਾਲਿਆ, ਉਹ ਦਿਨ ਤੇ ਮਤਲਬ ਕੱਟ ਲਾਦੇ ਬਿਜਲੀ ਦੇ ਕੱਟ ਉਸੇ ਦਿਨ ਤੋਂ ਲਾਤੇ ਤੇ ਸਹੂਲਤਾਂ 3 ਮਹੀਨੇ ਦੀ ਤਰੀਕ ਪਾਤੀ ਤੇ ਫਿਰ ਨਾਲ ਜਿਹੜੀ ਰਿਕਵਰੀ ਲਈ ਡਿਫਾਲਟਰਾਂ ਤੇ ਅਫਸਰ ਚਾੜ੍ਹਤੇ, ਕਨੈਕਸ਼ਨ ਕੱਟਣੇ ਸ਼ੁਰੂ ਕਰਤੇ। ਕਿਸਾਨਾਂ ਦੀ ਗ੍ਰਿਫਤਾਰੀ ਦੇ ਉੱਤੇ ਵੀ ਹੁਣ ਇਹਨਾਂ ਦੇ ਬਿਆਨ ਆ ਚੁੱਕੇ ਨੇ। ਉਹ ਕਹਿੰਦੇ ਨੇ ਕਿ ਇਹ ਪੁਰਾਣੀਆਂ ਸਰਕਾਰਾਂ ਦੇ ਜਿਹੜੇ ਵਾਰੰਟ ਜਾਰੀ ਕੀਤੇ ਹੋਏ ਨੇ, ਇਹ ਪੁਰਾਣੀਆਂ ਸਰਕਾਰਾਂ ਦੇ ਫੈਸਲੇ ਨੇ। ਇਹ ਠੀਕ ਆ, ਪੁਰਾਣੀਆਂ ਸਰਕਾਰਾਂ ਦੇ ਵੀ ਵਾਰੰਟ ਜਾਰੀ ਕਰਨ ਦੇ ਫੈਸਲੇ ਹੈ, ਪਰ ਇਹਦਾ ਮਤਲਬ ਇਹ ਨਹੀਂ ਮੌਜੂਦਾ ਸਰਕਾਰ ਫਿਰ ਉਹਨੂੰ ਇੰਪਲੀਮੈਂਟ ਕਿਉਂ ਕਰਦੀ, ਮੌਜੂਦਾ ਸਰਕਾਰ ਨੇ ਕੈਂਸਲ ਕਿਉਂ ਨਹੀਂ ਕੀਤੇ, ਨਾਲੇ ਜੜ ਖਤਮ ਕਰਨੀ ਪਈ, ਉਹਦੇ ਬਾਰੇ ਬੋਲ ਹੀ ਨਹੀਂ ਰਹੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ। ਆਮ ਆਦਮੀ ਪਾਰਟੀ ਦੇ ਫੈਸਲੇ ਕਿਤੇ ਨਾ ਕਿਤੇ ਹੁਣ ਡਗਮਗਾਉਂਦੇ ਨਜ਼ਰ ਆ ਰਹੇ ਨੇ। ਜੇਕਰ ਗੱਲ ਕੀਤੀ ਜਾਵੇ, ਸਵੇਰੇ ਕੁਝ ਨੋਟੀਫਿਕੇਸ਼ਨ ਹੁੰਦੀ ਹੈ ਪਰ ਸ਼ਾਮ ਤੱਕ ਆਉਂਦੇ ਉਸ ਦੇ ਉੱਤੇ ਸੀਐਮ ਭਗਵੰਤ ਮਾਨ ਦੀ ਪ੍ਰਤੀਕਿਰਿਆ ਆ ਜਾਂਦੀ ਹੈ। ਜਿੱਦਾਂ ਕਿ ਹੁਣ ਗੱਲ ਕੀਤੀ ਜਾਵੇ, ਬੀਤੇ ਦਿਨ ਇੱਕ ਨੋਟੀਫਿਕੇਸ਼ਨ ਆਈ ਸੀ ਕਿ ਜਿਹੜੇ ਜੁਗਾੜ ਮੋਟਰਸਾਈਕਲਾਂ ਵਾਲੀ ਰੇਹੜੀਆਂ ਹੁੰਦੀਆਂ ਨੇ ਉਸ ਨੂੰ ਲੈ ਕੇ ਪਾਬੰਦੀ ਲਗਾਈ ਜਾਵੇ। ਪਰ ਅੱਜ ਇੱਕ ਹੋਰ ਇਸ ਚੀਜ਼ ਦੇ ਉੱਤੇ ਜਾਣਕਾਰੀ ਸਾਹਮਣੇ ਆਈ ਹੈ ਕਿ ਹੁਣ ਸੀਐਮ ਭਗਵੰਤ ਮਾਨ ਇਸ ਫੈਸਲੇ ਤੋਂ ਨਾਰਾਜ਼ ਹੋ ਗਏ ਨੇ ਅਤੇ ਟਰਾਂਸਪੋਰਟ ਡਿਪਾਰਟਮੈਂਟ ਤੋਂ ਇਸ ਦੀ ਰਿਪੋਰਟ ਮੰਗੀ ਹੈ ਕਿ ਕਿਸਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਤੇ ਸੁਣਨ 'ਚ ਇਹ ਵੀ ਆ ਰਿਹਾ ਕਿ ਸ਼ਾਇਦ ਇਹ ਵਾਲੀ ਨੋਟੀਫਿਕੇਸ਼ਨ ਪਲਟ ਵੀ ਸਕਦੇ ਨੇ। ਇਸ ਬਾਰੇ ਸਾਡੇ ਨਾਲ ਖੁੱਲ੍ਹ ਕੇ ਗੱਲ ਕਰਨ ਲਈ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ। ਚੰਦੂਮਾਜਰਾ ਸਾਹਿਬ, ਸਭ ਤੋਂ ਪਹਿਲਾਂ ਸਵਾਲ ਇਹੀ ਆਉਂਦਾ ਕਿ ਇੱਕ ਨੋਟੀਫਿਕੇਸ਼ਨ ਆਉਂਦੀ ਆ ਕਿ ਜੁਗਾੜ ਮੋਟਰਸਾਈਕਲ ਬੰਦ ਕੀਤੇ ਜਾਣਗੇ, ਚਲਾਨ ਵੀ ਹੁੰਦੇ ਆ। ਪਰ ਹੁਣ ਉਸ ਚੀਜ਼ ਦੇ ਉੱਤੇ ਇਹ ਵੀ ਹੁਣ ਸਾਹਮਣੇ ਖਬਰ ਸਾਹਮਣੇ ਆ ਰਹੀ ਹੈ ਕਿ ਭਗਵੰਤ ਮਾਨ ਸਾਹਿਬ ਨਾਰਾਜ਼ ਹੋ ਗਏ ਤੇ ਟਰਾਂਸਪੋਰਟ ਡਿਪਾਰਟਮੈਂਟ ਤੋਂ ਰਿਪੋਰਟ ਮੰਗੀ ਹੈ। ਦੇਖੋ, ਮੋਟਰਸਾਈਕਲ ਰੇਹੜੀਆਂ ਵਾਲਿਆਂ ਤੇ ਪਾਬੰਦੀ ਲਾਉਣ ਦਾ ਫੈਸਲਾ ਜਿਹੜਾ ਉਹ ਤਾਂ ਹੈਰਾਨੀ ਕਰਨ ਵਾਲਾ ਸੀ, ਮਤਲਬ ਬਹੁਤ ਦੁਖਦਾਈ ਵੀ ਸੀ। ਜਿਵੇਂ ਪੰਜਾਬੀ ਦੀ ਕਹਾਵਤ ਆ ਨਾ ਵੀ ਮਾਂ ਥਾਣੇਦਾਰ ਬਣਦਿਆਂ ਤੇ ਪਹਿਲਾਂ ਬਾਪੂ ਦੀ ਮੌਰ ਕੁੱਟੂਗਾ, ਉਹ ਗੱਲ ਇਹਨਾਂ ਨੇ ਕੀਤੀ। ਜਿਹੜੇ ਗਰੀਬ ਲੋਕਾਂ ਨੇ, ਆਮ ਲੋਕਾਂ ਨੇ ਅੱਜ ਸੱਤਾ ਤੇ ਲਿਆਂਦਾ ਇਸ ਪਾਰਟੀ ਨੂੰ, ਉਸ ਪਾਰਟੀ ਨੇ ਮੈਂ ਸਮਝਦਾ ਰੁਜ਼ਗਾਰ ਖੋ ਕੇ, ਉਹਨਾਂ ਦੇ ਮੂੰਹ 'ਚੋਂ ਅੰਨ ਖੋ ਕੇ, ਉਹਨਾਂ ਦੇ ਕਾਰੋਬਾਰ ਬੰਦ ਕਰਾ ਕੇ ਜੋ ਮੈਂ ਸਮਝਦਾ ਫੈਸਲਾ ਕੀਤਾ ਉਹ ਸਰਾਸਰ ਗਲਤ ਆ ਔਰ ਦੁਖਦਾਈ ਆ। ਇਹਨੂੰ ਮੁੜ ਵਿਚਾਰਨ ਦੀ ਲੋੜ ਆ, ਕਿਉਂਕਿ ਹੁਣ ਅੱਜ ਤੁਸੀਂ ਦੱਸ ਰਹੇ ਹੋ ਕਿ ਮਾਨ ਸਾਹਿਬ ਕਹਿ ਰਹੇ ਆ ਵੀ ਇਹ ਕਿਹਨੂੰ ਪੁੱਛ ਕੇ ਕੀਤੇ, ਕਿਉਂਕਿ ਹੁਣ ਪਬਲਿਕ ਦੇ ਵਿੱਚ ਕਾਰ ਮਚੀ ਹੋਣੀ। ਜਦੋਂ ਪੈਰਾਂ ਥੱਲੋਂ ਮਿੱਟੀ ਨਿਕਲ ਜੇ ਫਿਰ ਤਾਂ ਬੰਦੇ ਨੂੰ ਹਿਲਾਉਣਾ ਆਉਂਦਾ ਹੀ ਆ ਨਾ। ਤੇ ਪਰ ਸਰਕਾਰ ਦੀ ਅਣਗਹਿਲੀ ਕਹਿ ਲਓ, ਮਤਲਬ ਕੋਆਰਡੀਨੇਸ਼ਨ ਦੀ ਘਾਟ ਕਹਿ ਲਓ, ਜਾਂ ਕਲੈਰਿਟੀ ਨਾ ਹੋਣ ਕਰਕੇ ਕਹਿ ਲਓ, ਕਿਤੇ ਨਾ ਕਿਤੇ ਨੁਕਸ ਸਿੱਧੇ ਨਜ਼ਰ ਆ ਰਹੇ ਨੇ। ਗੱਲ ਕੀਤੀ ਜਾਵੇ ਇਦਾਂ ਹੀ ਕੁਝ ਪਿੱਛੇ ਜੇ ਹੋਇਆ ਸੀ ਜਦੋਂ ਬਿਜਲੀ ਦੀ ਗਰੰਟੀ ਪੂਰੀ ਕਰਨ ਦੀ ਗੱਲ ਸਾਹਮਣੇ ਆਈ ਸੀ। ਪਹਿਲਾਂ 300 ਬਿਜਲੀ ਯੂਨਿਟ ਫ੍ਰੀ ਦੀ ਗੱਲ ਕੀਤੀ ਗਈ, ਵੋਟਾਂ ਵਾਲੇ ਸ਼੍ਰੇਣੀ ਨਹੀਂ ਦੱਸੀ ਗਈ ਸੀ। ਜਦੋਂ ਬਿਜਲੀ ਦੀ ਫ੍ਰੀ ਦੀ ਗੱਲ ਆਈ ਤੇ ਸ਼੍ਰੇਣੀਆਂ 'ਚ ਵੰਡ ਦਿੱਤਾ ਗਿਆ। ਫਿਰ ਕਹਿੰਦੇ ਜੀ 1 ਕਿਲੋਵਾਟ ਦੇ ਉੱਤੇ ਸੀਮਿਤ ਕਰ ਦਿੱਤਾ, ਫਿਰ ਉੱਤੇ ਕੈਪਿੰਗ ਵੀ ਲਾ ਦਿੱਤੀ। ਦੇਖੋ, ਵੈਸੇ ਤਾਂ ਆਮ ਪਾਰਟੀ ਨੂੰ ਕਨਫਿਊਜ਼ਡ ਲੋਕਾਂ ਦੀ ਪਾਰਟੀ ਕਿਹਾ ਜਾਂਦਾ, ਹਰ ਗੱਲ 'ਚ ਕਨਫਿਊਜ਼ ਆ। ਛੋਟੀ ਜਿਹੀ ਗੱਲ ਨੂੰ ਚਮਕਾਉਣ ਤੇ ਜ਼ੋਰ ਲਾ ਦਿੰਦੇ ਨੇ ਤੇ ਚਮਕਾਉਂਦੇ ਉਸ ਚੀਜ਼ ਦਾ ਅਸਲੀ ਖਾਸਾ ਜਗ ਜ਼ਾਹਰ ਹੋ ਜਾਂਦਾ। ਇਹ ਤਰਾਸਦੀ ਹੈ ਆਪ ਪਾਰਟੀ ਦੀ।
ਪਰ ਆ ਜਿਹੜਾ ਬਿਜਲੀ ਦੇ ਮਹਿਕਮਾ ਬਿਜਲੀ ਵਾਲਾ ਕੀਤਾ ਇਹਦੇ ਤਾਂ ਹੈਰਾਨੀ ਆ। ਬਿਜਲੀ ਦੇ ਵਿੱਚ ਤਾਂ ਤੁਸੀਂ ਹੈਰਾਨ ਹੋਵੋਗੇ ਵੀ ਇੰਨੇ ਚਮਤਕਾਰ ਦਿਖਾਏ ਗਏ, ਇੰਨਾ ਰੌਲਾ ਪਾਇਆ ਗਿਆ, ਜਿਵੇਂ ਕਿ ਪੁੱਟਿਆ ਪਹਾੜ ਨਿਕਲਿਆ ਚੂਹਾ, ਵਿੱਚੋਂ ਕੁਛ ਵੀ ਨਾ ਨਿਕਲਿਆ, ਬਲਕਿ ਫਾਇਦੇ ਦੀ ਤਾਂ ਨੁਕਸਾਨ ਕਰਤਾ। ਪਹਿਲਾਂ 2 ਕਿਲੋਵਾਟ ਦੀ ਤਾਂ ਵਿਵਸਥਾ ਸੀ, 200 ਯੂਨਿਟ ਬਿਜਲੀ ਮਾਫ ਜਿਹਨੂੰ ਦਿੱਤੀ ਸੀ, ਤੇ ਕੋਈ ਕੈਪ ਨਹੀਂ ਸੀ ਵੀ ਜੇ 200 ਯੂਨਿਟ ਬਿਜਲੀ ਮਾਫ ਹੈ, ਜੇ ਉੱਪਰਲਾ ਉਹ ਤੋਂ ਵੱਧ ਫੂਕੇਗਾ ਤਾਂ ਉਹਦੇ ਹੀ ਪੈਸੇ ਲੱਗਣੇ ਸੀ। ਹੁਣ ਨਵਾਂ ਫਾਰਮੂਲਾ ਕਰਤਾ ਵੀ ਜੇ 300 ਯੂਨਿਟ ਮਾਫ ਆ ਤੇ ਉਹ ਵੀ 1 ਕਿਲੋਵਾਟ ਆਏ, ਤੇ 1 ਕਿਲੋਵਾਟ ਆਏ ਨਾਲ ਤਾਂ 2 ਪੱਖੇ ਨਹੀਂ ਚੱਲਦੇ, ਕੂਲਰ ਤੇ ਏਸੀ ਦਾ ਕੀ ਚੱਲਣੇ ਆ, ਤੇ ਫਿਰ ਕਿਹਨੂੰ ਫਾਇਦਾ ਹੋਣਾ ਉਹਦਾ। ਤੇ ਫਿਰ ਨਾਲ ਕੈਪ ਲਾਤੀ ਵੀ ਜੇ ਜੀ 300 ਤੇ 1 ਯੂਨਿਟ ਵੱਧ ਫੂਕਿਆ ਤਾਂ ਪਹਿਲੇ 300 ਤੋਂ ਵੀ ਭਰਨੇ ਪੈਣੇ ਆ। ਕੋਈ ਕਹਿੰਦਾ ਨਹੀਂ ਜੀ ਐਂ ਹੈ ਨਹੀਂ, ਕੋਈ ਕਹਿੰਦਾ ਹੈ ਜੀ। ਲੀਡਰਸ਼ਿਪ 'ਚ ਵੀ ਕਲੈਰਿਟੀ ਨਹੀਂ। ਫਿਰ ਤਰੀਕਾਂ ਪਾਤੀਆਂ, ਦੇਖੋ ਜਿਵੇਂ ਜੁਡੀਸ਼ਰੀ ਰਿਮਾਂਡ ਦਿੰਦੀਆਂ ਨਾ ਅਦਾਲਤਾਂ, 3-3 ਮਹੀਨੇ ਦੀਆਂ ਤਰੀਕਾਂ ਪਾਤੀਆਂ ਚੱਕ ਕੇ। ਅਦਾਲਤਾਂ ਵੀ 14 ਦਿਨ ਦਾ ਜੁਡੀਸ਼ਰੀ ਰਿਮਾਂਡ ਦਿੰਦੀਆਂ, ਇਹਨਾਂ ਨੇ 3 ਮਹੀਨੇ ਦਾ। ਤੇ ਫਿਰ ਜਿਸ ਦਿਨ ਮਾਨ ਸਾਹਿਬ ਬੈਠੇ, ਮੁੱਖ ਮੰਤਰੀ ਸਾਹਿਬ ਦਾ ਪਦ ਸੰਭਾਲਿਆ, ਉਸ ਦਿਨ ਤੇ ਮਤਲਬ ਕੱਟ ਲਾਤੇ ਬਿਜਲੀ ਦੇ। ਬਿਜਲੀ ਦੇ ਕੱਟ ਉਸੇ ਦਿਨ ਤੋਂ ਲਾਤੇ ਤੇ ਸਹੂਲਤਾਂ 3 ਮਹੀਨੇ ਦੀ ਤਰੀਕ ਪਾਤੀ। ਤੇ ਫਿਰ ਨਾਲ ਜਿਹੜੀ ਰਿਕਵਰੀ ਲਈ ਡਿਫਾਲਟਰਾਂ ਤੇ ਅਫਸਰ ਚਾੜ੍ਹ ਤੇ ਕਨੈਕਸ਼ਨ ਕੱਟਣੇ ਸ਼ੁਰੂ ਕਰਤੇ। ਸੋ ਮੈਂ ਸਮਝਦਾ ਕਿ ਬਿਜਲੀ ਦੇ ਮਸਲੇ ਦੇ ਵਿੱਚ ਜਿਹੜੀ ਪਹਿਲੀ ਗਰੰਟੀ ਦੇ ਤੌਰ ਤੇ ਸੱਤਾ ਲੈਣ ਲਈ ਇਹਨਾਂ ਨੇ ਕਿਹਾ ਸੀ, ਜਿੰਨਾ ਕਨਫਿਊਜ਼ਨ ਉਹਦੇ 'ਚ ਸ਼ਾਇਦ ਹੀ ਕਿਸੇ ਹੋਰ ਫੈਸਲੇ 'ਚ ਹੋਵੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਬੁਲਾਰੇ ਨੇ, ਚੀਫ ਬੁਲਾਰੇ ਨੇ ਮਲਵਿੰਦਰ ਕੰਗ, ਉਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਇਹ ਸਵਾਲ ਪੁੱਛੇ ਗਏ ਸੀ, ਉਹਨਾਂ ਨੇ ਇੱਕ ਪ੍ਰੈਸ ਵਾਰਤਾ ਕੀਤੀ ਸੀ, ਉਹਦੇ 'ਚ ਸਵਾਲ ਪੁੱਛਿਆ ਗਿਆ ਕਿ ਜਿਹੜੀ ਕਣਕ ਦੀ ਪ੍ਰੋਕਿਉਰਮੈਂਟ ਹੈ ਉਸ ਦੇ ਵਿੱਚ ਸਰਕਾਰ ਦੀ ਅਣਗਹਿਲੀ ਕਿਤੇ ਨਾ ਕਿਤੇ ਦਿਖਾਈ ਦਿੱਤੀ ਹੈ, ਕਿਉਂਕਿ ਉਹਦੇ ਵਿੱਚ ਰਿਕਾਰਡ ਸਾਹਮਣੇ ਆਇਆ ਸੀ ਕਿ 50 ਤੋਂ 56% ਦੀ ਜਿਹੜੀ ਕਣਕ ਹੈ ਉਹ ਪ੍ਰੋਕਿਉਰ ਹੋਈ ਹੈ। ਉਹਨਾਂ ਦਾ ਅਜੇ ਬਿਆਨ ਆਇਆ ਇਹਨਾਂ ਦਾ ਕਿ ਪ੍ਰੋਕਿਉਰਮੈਂਟ ਦੇ ਵਿੱਚ ਕੋਈ ਅਣਗਹਿਲੀ ਨਹੀਂ ਹੋਈ, ਕਿਸਾਨਾਂ ਨੇ ਵੱਧ ਸਹੂਲਤਾਂ ਦੇਖਦੇ ਹੋਏ ਪ੍ਰਾਈਵੇਟ ਕੰਪਨੀਆਂ ਨੂੰ ਕਣਕ ਸਿੱਧੀ ਵੇਚ ਦਿੱਤੀ, ਜੋ ਕਿ ਇਹਨਾਂ ਦਾ ਕਹਿਣਾ ਹੈ ਕਿ ਲਗਭਗ 500 ਤੋਂ 600 ਕਰੋੜ ਰੁਪਏ ਦੀ ਕਣਕ ਹੈ। ਦੇਖੋ ਜਿੱਥੇ ਤੱਕ ਪ੍ਰਾਈਵੇਟ ਅਦਾਰਿਆਂ ਨੇ ਚੁੱਕੀ ਆ ਕਣਕ, ਇਹ ਤਾਂ ਸੱਚ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਸਰਕਾਰ ਉਹਦੇ 'ਚ ਬਚਦੀ ਆ ਜ਼ਿੰਮੇਵਾਰੀ ਤੋਂ। ਅੱਜ ਵੀ ਮੰਡੀਆਂ ਭਰੀਆਂ ਪਈਆਂ ਨੇ, ਲਿਫਟਿੰਗ ਤਾਂ ਹੋਈ ਨਹੀਂ। ਮਤਲਬ ਜੇ ਸਰਕਾਰ ਮਾੜੀ ਮੋਟੀ ਵੀ ਪ੍ਰੋਪਰ ਤੌਰ 'ਤੇ ਇੰਤਜ਼ਾਮ ਕੀਤੇ ਹੁੰਦੇ ਤਾਂ ਘੱਟੋ ਘੱਟ ਲਿਫਟਿੰਗ ਤਾਂ ਕਰਦੇ ਟਾਈਮ 'ਤੇ। ਲਿਫਟਿੰਗ ਤਾਂ ਲੰਘਿਆ ਨਹੀਂ ਜਾਂਦਾ ਮੰਡੀਆਂ ਦੇ ਵਿੱਚੋਂ। ਫਿਰ ਪੇਮੈਂਟਾਂ ਕਹਿੰਦੇ ਸੀ ਜੀ ਅਸੀਂ 24 ਘੰਟੇ 'ਚ ਪੇਮੈਂਟ ਹੋ ਜੂ, 15 ਦਿਨਾਂ ਬਾਅਦ ਪੇਮੈਂਟ ਹੋਈ ਆ। ਪਹਿਲੀ ਜਿਹੜੀ ਪੇਮੈਂਟ ਆ 15 ਦਿਨਾਂ ਬਾਅਦ, ਪਰਚੇਜ਼ ਤੋਂ 15 ਦਿਨ ਬਾਅਦ ਪੇਮੈਂਟ ਸ਼ੁਰੂ ਕੀਤੀ ਆ। ਸੋ ਕਈ ਗੱਲਾਂ ਨੇ ਤੇ ਗੱਲਾਂ ਮਾਰੀ ਜਾਂਦੇ ਨੇ। ਆ ਹੁਣ ਕਣਕ ਦਾ ਝਾੜ ਕੱਟ ਨਿਕਲਿਆ, ਕਹੀ ਜਾਂਦੇ ਪ੍ਰਾਈਵੇਟ ਅਦਾਰੇ ਚੁੱਕ ਕੇ ਲੈ ਗਏ, ਤੇ ਬਲਕਿ ਜਿਵੇਂ ਕਹਿੰਦੇ ਨਾ ਵਾਧਾ ਮਾਫੂਆ ਬਣ ਗਏ। ਚਾਹੀਦਾ ਤਾਂ ਇਹ ਸੀ ਵੀ ਨੈਚੁਰਲ ਕਲੈਮਿਟੀ ਦਾ ਕੇਸ ਤਿਆਰ ਕਰਦੇ, ਡਿਜ਼ਾਸਟਰ ਮੈਨੇਜਮੈਂਟ ਫੰਡ ਤੋਂ ਪੈਸੇ ਲੈਂਦੇ ਦਿੱਲੀ ਤੋਂ, ਤੇ ਕੇਂਦਰ ਸਰਕਾਰ ਨੂੰ ਜ਼ੋਰ ਪਾਉਂਦੇ ਕੇਂਦਰ ਨੂੰ 500 ਰੁਪਈਆ ਪ੍ਰਤੀ ਕੁਇੰਟਲ ਬੋਨਸ ਦੇ ਲੈਣ ਵਾਸਤੇ। 10,000 ਰੁਪਈਆ 1 ਏਕੜ ਪਿੱਛੇ ਘਾਟਾ ਪੈ ਗਿਆ ਕਿਸਾਨ ਨੂੰ। 10,000 4 ਤੋਂ 8 ਕੁਇੰਟਲ 1 ਏਕੜ 'ਚੋਂ ਘਟਿਆ ਝਾੜ, ਤੇ ਇਹ ਚੁੱਪ ਕਰੀ ਬੈਠਿਆ। ਕੇਸ ਹੀ ਨਹੀਂ ਤਿਆਰ ਕੀਤਾ, ਵਕੀਲ ਨਹੀਂ ਜਾਊ, ਜੱਜ ਫੈਸਲਾ ਕਿਵੇਂ ਕਰੂ। ਅਸੀਂ ਤਾਂ ਇੱਥੋਂ ਤੱਕ ਸੀ ਵੀ ਸਰਬ ਪਾਰਟੀ ਮੀਟਿੰਗ ਬੁਲਾਉਂਦੇ, ਆਲ ਪਾਰਟੀ ਡੈਲੀਗੇਸ਼ਨ ਲਿਜਾਂਦੇ ਤਾਂ ਕਿਸਾਨ ਬਚ ਸਕਦਾ, ਨਹੀਂ ਤਾਂ ਨਬਾਰਡ ਨੇ ਪੈਸੇ ਦੇਣੇ ਬੰਦ ਕਰਤੇ। ਤੁਹਾਨੂੰ ਪਤਾ ਸਹਿਕਾਰੀ ਬੈਂਕ ਬੰਦ ਹੋਣ ਖੜੇ ਨੇ, ਮੁਲਾਜ਼ਮ ਵਿਹਲੇ ਹੋ ਜਾਣੇ ਆ, ਕਰਜ਼ਾ ਦੇਣਾ ਨਹੀਂ ਕਿਉਂਕਿ ਪੈਸਾ ਨਹੀਂ ਬੈਂਕਾਂ ਕੋਲ, ਆੜਤੀ ਕਰਜ਼ਾ ਦੇਣ ਨੂੰ ਤਿਆਰ ਨਹੀਂ ਕਿਉਂਕਿ ਝਾੜ ਘੱਟ ਨਿਕਲਿਆ, ਪਹਿਲੇ ਪੈਸੇ ਨਹੀਂ ਵਾਪਸ ਹੋਏ, ਅੱਗੇ ਨੂੰ ਕੋਈ ਜ਼ਮੀਨ ਠੇਕੇ 'ਤੇ ਲੈਣ ਨੂੰ ਤਿਆਰ ਨਹੀਂ। ਹਾਹਾਕਾਰ ਤਾਂ ਮਚੀ ਹੋਈ ਹੈ, ਚੁੱਪ ਕਰੀ ਬੈਠੇ ਆ। ਆਪ ਕਦੇ ਗੁਜਰਾਤ ਕਦੇ ਹਿਮਾਚਲ ਮੁੱਖ ਮੰਤਰੀ ਸਾਹਿਬ ਟੂਰ ਲਾਈ ਜਾਂਦੇ ਨੇ, ਜਿਵੇਂ ਕਹਿੰਦੇ ਰੋਮ ਸੜ ਰਿਹਾ, ਨੀਰੋ ਬੰਸਰੀ ਵਜਾ ਰਿਹਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚੋਂ ਗੰਭੀਰਤਾ ਦਿਖਾਉਣ ਦੀ ਲੋੜ ਆ। ਮੈਂ ਤਾਂ ਇੱਥੇ ਤੱਕ ਕਹਾਂਗਾ ਕਿ ਨਬਾਰਡ ਜਿਹੜਾ ਕਰਜ਼ਾ ਪੈਸਾ ਨਹੀਂ ਦੇ ਰਿਹਾ, ਕੋਈ ਚੰਗੇ ਲੌਜੀਕਲ ਦੇ ਕੇ ਅਫਸਰ ਭੇਜਣ ਔਰ ਉਹਨਾਂ ਨੂੰ ਸਪਸ਼ਟ ਕਰਨ ਦਲੀਲ ਨਾਲ ਵੀ 1350 ਕਰੋੜ ਰੁਪਈਆ ਦੇਣਾ ਸਾਰਾ ਨਬਾਰਡ ਦਾ ਬੈਂਕਾਂ ਨੇ। ਕਹਿੰਦੇ ਜੀ ਬੈਂਕ ਗਰੀਬ ਹੋ ਗਏ। ਬੈਂਕ ਕਿੱਥੇ ਗਰੀਬ ਆ? 20,000 ਕਰੋੜ ਰੁਪਏ ਦੀਆਂ ਤਾਂ ਜ਼ਮੀਨਾਂ ਗਿਰਵੀ ਰੱਖੀ ਬੈਠੇ ਲੋਕਾਂ ਦੀਆਂ ਬੈਂਕ। 3200 ਕਰੋੜ ਰੁਪਈਆ ਰਿਕਵਰੀ ਦਾ ਰਹਿੰਦਾ ਕਿਸਾਨਾਂ ਵੱਲ ਬੈਂਕਾਂ ਦਾ, ਤੇ ਬੈਂਕ ਗਰੀਬ ਕਿਵੇਂ ਹੋ ਗਏ? ਇਹ ਤਾਂ ਦਲੀਲ ਦੇਣ ਦੀ ਗੱਲ ਆ, ਤੇ ਦਲੀਲ ਦੇ ਕੇ ਉੱਥੇ ਮੰਗਣਗੇ, ਨਹੀਂ ਤਾਂ ਉਹ ਨਬਾਰਡ ਕਿਉਂ ਦਊਗਾ ਇਹਨਾਂ ਨੂੰ ਪੈਸਾ? ਸੋ ਜੇ ਇਹਨਾਂ ਨੇ ਨਾ ਪ੍ਰਬੰਧ ਕੀਤਾ ਤਾਂ ਹਾਹਾਕਾਰ ਮਚੇਗੀ। ਵੈਸੇ ਵੀ ਕਰਜ਼ਾ ਮੁਕਤ ਕਰਨ ਲਈ ਅੱਜ ਦੇ ਦਿਨ ਸਭ ਤੋਂ ਪਹਿਲਾਂ ਠੋਸ ਤੇ ਵਿਆਪਕ ਨੀਤੀ ਲਿਆਉਣ ਦੀ ਲੋੜ ਆ। ਉਹ ਕੇਵਲ ਹੋ ਸਕਦੀ ਆ ਟ੍ਰਿਪਲ ਸ਼ੇਅਰ ਪਾਲਿਸੀ ਲਿਆਉਣ ਦੀ ਲੋੜ ਆ। ਇੱਕ ਹਿੱਸਾ ਸਰਕਾਰ ਦੇਵੇ, ਇੱਕ ਹਿੱਸਾ ਲੋਨੀ ਇੰਸਟੀਟਿਊਸ਼ਨ ਦੇਵੇ, ਇੱਕ ਹਿੱਸਾ ਕਿਸਾਨ ਦੇਵੇ, 3 ਬਰਾਬਰ ਸ਼ੇਅਰ ਕਰਕੇ ਨਿਪਟਾਰਾ ਕਰਨ। ਲੋਕ ਅਦਾਲਤਾਂ ਦੇ ਵਿੱਚ ਲੋਕ ਅਦਾਲਤਾਂ ਦੀ ਵਿਵਸਥਾ ਸਾਡੇ ਕਾਨੂੰਨ ਮੁਤਾਬਕ ਹੋ ਸਕਦੀ ਆ, ਤੇ ਨਾਲੇ ਉੱਥੇ ਕੀਤਾ ਫੈਸਲਾ ਮੁੜ ਕੇ ਚੈਲੰਜ ਨਹੀਂ ਹੋ ਸਕਦਾ। ਸੋ ਇਸ ਤਰ੍ਹਾਂ ਕਿਸਾਨੀ ਕਰਜ਼ਾ ਮੁਕਤ ਹੋ ਸਕਦੀ ਆ, ਤੇ ਅੱਗੇ ਨੂੰ ਕੈਪ ਲਾ ਦੇਣ ਵੀ ਜਿੰਨਾ ਕੈਪੀਟਲ ਅਮਾਊਂਟ ਆ ਉਹ ਤੋਂ ਦੁੱਗਣਾ ਜੇ ਵਸੂਲਿਆ ਗਿਆ, ਉਹ ਤੋਂ ਬਾਅਦ ਨਹੀਂ ਪੈਸਾ ਲਿਆ ਜਾ ਸਕਦਾ। ਕਿਸਾਨਾਂ ਦੀ ਗ੍ਰਿਫਤਾਰੀਆਂ ਦੇ ਉੱਤੇ ਵੀ ਹੁਣ ਇਹਨਾਂ ਦੇ ਬਿਆਨ ਆ ਚੁੱਕੇ ਨੇ। ਉਹ ਕਹਿੰਦੇ ਨੇ ਕਿ ਇਹ ਪੁਰਾਣੀਆਂ ਸਰਕਾਰਾਂ ਦੇ ਜਿਹੜੇ ਵਾਰੰਟ ਜਾਰੀ ਕੀਤੇ ਹੋਏ ਨੇ, ਇਹ ਪੁਰਾਣੀਆਂ ਸਰਕਾਰਾਂ ਦੇ ਫੈਸਲੇ ਨੇ।
ਨਹੀਂ ਠੀਕ ਆ, ਪੁਰਾਣੀਆਂ ਸਰਕਾਰਾਂ ਦੇ ਵੀ ਵਾਰੰਟ ਜਾਰੀ ਕਰਨ ਦੇ ਫੈਸਲੇ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਮੌਜੂਦਾ ਸਰਕਾਰ ਫਿਰ ਉਹਨੂੰ ਇੰਪਲੀਮੈਂਟ ਕਿਉਂ ਕਰਦੀ, ਮੌਜੂਦਾ ਸਰਕਾਰ ਨੇ ਕੈਂਸਲ ਕਿਉਂ ਨਹੀਂ ਕੀਤੇ, ਨਾਲੇ ਜੜ ਖਤਮ ਕਰਨੀ ਪਊ ਉਹਦੇ ਬਾਰੇ ਬੋਲ ਹੀ ਨਹੀਂ ਰਹੇ। ਜਿਵੇਂ ਕਰਪਸ਼ਨ ਬਾਰੇ ਕਰਪਸ਼ਨ ਹੈਲਪਲਾਈਨ ਕਰਤੀ, ਐਂਟੀ ਕਰਪਸ਼ਨ ਹੈਲਪਲਾਈਨ, ਪਰ ਉਹਦਾ ਜਿਹੜਾ ਲੋਕਪਾਲ ਬਣਾਉਣਾ ਸੀ ਠੋਸ, ਉਹਦੇ ਬਾਰੇ ਬੋਲੇ ਹੀ ਨਹੀਂ। ਤੇ ਹੁਣ ਇਹਦੇ ਬਾਰੇ ਵੀ ਇਹਨਾਂ ਨੂੰ ਨਹੀਂ 67 ਏ ਬਾਰੇ ਬੋਲਣਾ ਪਊਗਾ ਵੀ ਉਹ ਰਿਸਟੋਰ ਕੀਤੀ ਆ, ਕਿਉਂ ਕੀਤੀ ਆ ਉਹਨੂੰ। ਮੈਂ ਸਸਪੈਂਡ ਕੀਤਾ ਸੀ 67 ਏ ਨੂੰ ਜਦੋਂ ਮੈਂ ਵਜ਼ੀਰ ਬਣਿਆ ਪਹਿਲੀ ਵਾਰੀ 86 ਦੇ ਵਿੱਚ, 1986 ਦੀ ਸਸਪੈਂਡ ਕੀਤੀ। ਅੱਜ ਤੱਕ ਕਿਸੇ ਸਰਕਾਰ ਨੇ ਉਹਨੂੰ ਮੁੜ ਕੇ ਬਹਾਲ ਨਹੀਂ ਸੀ ਕੀਤਾ। ਇਹ ਸਰਕਾਰ ਨੇ 67 ਏ ਦੇ ਤਹਿਤ ਵਾਰੰਟ ਕੱਢੇ ਹੋਏ ਨੇ। ਤੇ ਪਹਿਲਾਂ ਤਾਂ 67 ਏ ਬਾਰੇ ਦੱਸਣ ਨਾ ਵੀ ਉਹਨੂੰ ਖਤਮ ਕਰਦੇ ਨੇ ਕਿ ਰਿਸਟੋਰ ਕਰਕੇ ਰੱਖਣਗੇ ਜੀ। ਤੇ ਹੁਣ ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ, ਖਾਸ ਕਰਕੇ ਤੁਸੀਂ ਸਾਰਿਆਂ ਨੇ ਆਪਾਂ ਨੋਟੀਫਿਕੇਸ਼ਨ ਜਾਰੀ ਦੇਖੀ ਹੈ ਕਿ ਜਿਹੜੀ ਸਿਕਿਉਰਿਟੀ ਵਾਪਸ ਲੈ ਲਿੱਤੀ ਗਈ ਹੈ। ਜਿਹੜੇ ਵੀ ਸਾਬਕਾ ਮੰਤਰੀ ਸੀਗੇ ਜਾਂ ਫਿਰ ਸਾਬਕਾ ਵਿਧਾਇਕ ਸੀਗੇ, ਜੋ ਵੀ ਸਾਬਕਾ ਲੀਡਰ ਸੀਗੇ, ਉਹਨਾਂ ਦੀ ਜਿਹੜੀਆਂ ਸਿਕਿਉਰਿਟੀਆਂ ਵਾਪਸ ਲਈਆਂ ਜਾ ਰਹੀਆਂ ਨੇ, ਉਸ ਫੈਸਲੇ ਨੂੰ ਤੁਸੀਂ ਕਿਸ ਤਰੀਕੇ ਦੇ ਦਿਓ? ਦੇਖੋ, ਜਿੱਥੇ ਤੱਕ ਤਾਂ ਅਨਪ੍ਰੋਡਕਟਿਵ ਐਕਸਪੈਂਸਿਸ ਨੇ, ਗੈਰ ਉਪਜਾਊ ਖਰਚੇ ਆ, ਉਹ ਤਾਂ ਸਰਕਾਰਾਂ ਨੂੰ ਬੰਦ ਕਰਨੇ ਚਾਹੀਦੇ ਆ ਔਰ ਉਹ ਰੋਕਣੇ ਚਾਹੀਦੇ ਆ ਤਾਂ ਕਿ ਸੂਬੇ ਦੀ ਮਾਲੀ ਹਾਲਤ ਨੂੰ ਬਚਾਇਆ ਜਾਵੇ। ਪਰ ਉਹ ਇੱਕ ਧਿਰ ਤੇ ਇੱਕ ਪਾਸੜ ਨਹੀਂ ਹੋਣੇ ਚਾਹੀਦੇ, ਸਾਰਿਆਂ ਦੀ ਦੇਖਣ ਦੀ ਲੋੜ ਆ। ਕਈ ਤਾਂ ਹੁਣ ਰਿਸ਼ਤੇਦਾਰਾਂ ਲਈ, ਆਪਣੇ ਪਰਿਵਾਰਾਂ ਲਈ ਵਾਧੂ ਸਿਕਿਉਰਿਟੀ ਲਈ ਫਿਰਦੇ ਹੋਣ, ਤੇ ਦੂਜੇ ਪਾਸੇ ਤੁਸੀਂ 2 ਗਨਮੈਨ ਦੇਣ ਨੂੰ ਵੀ ਤਿਆਰ ਨਾ ਹੋ। ਮੈਂ ਸਮਝਦਾ ਕਿ ਸਰਕਾਰ ਦੀ ਜ਼ਿੰਮੇਵਾਰੀ ਆ ਇੱਕ ਆਮ ਸਧਾਰਨ ਵਿਅਕਤੀ ਤੋਂ ਲੈ ਕੇ ਉੱਪਰ ਤੱਕ ਵੀ ਉਹਦੀ ਸੁਰੱਖਿਆ ਕਾਇਮ ਰੱਖਣਾ, ਤੇ ਕਿਹਨੂੰ ਕਿੰਨਾ ਸਿਕਿਉਰਿਟੀ ਥ੍ਰੈਟ ਆ ਉਸ ਮੁਤਾਬਕ ਇੰਟੈਲੀਜੈਂਸ ਏਜੰਸੀਆਂ ਦੇ ਮੁਤਾਬਕ ਫੈਸਲੇ ਸਰਕਾਰ ਨੂੰ ਕਰਨੇ ਚਾਹੀਦੇ ਆ। ਔਰ ਖਰਚਾ ਘਟਦਾ ਤੇ ਸਵਾਗਤ ਕਰਦੇ ਹੋ ਤੁਸੀਂ ਇਸ ਫੈਸਲੇ ਦਾ? ਬੇਲੋੜੇ ਖਰਚੇ ਬੰਦ ਹੋਣੇ ਚਾਹੀਦੇ ਆ। ਜਿੱਥੇ ਤੱਕ ਸਿਕਿਉਰਿਟੀ ਥ੍ਰੈਟ ਆ ਉਹਦੇ ਤੇ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਉਹ ਕੁਦਰਤੀ ਤੌਰ ਤੇ ਸਮਾਜ ਦੇ ਵਿੱਚ ਕਿੰਨਾ ਹੈ, ਕਿਵੇਂ ਹੈ, ਕਿਹਨੂੰ ਹੈ, ਇਹ ਤਾਂ ਸਰਕਾਰ ਨੇ ਦੀਆਂ ਏਜੰਸੀਆਂ ਨੇ ਫੈਸਲੇ ਕਰਕੇ, ਸਰਕਾਰ ਨੇ ਨੀਤੀ ਤਹਿਤ ਫੈਸਲੇ ਕਰਨੇ ਹੁੰਦੇ ਆ। ਸੋ ਮੈਂ ਸਮਝਦਾ ਇਹਦੇ 'ਚ ਕਿਸੇ ਜਮਾਤ ਨੂੰ ਜਾਂ ਉਸ ਤਰ੍ਹਾਂ ਚੋਣ ਨਹੀਂ ਹੋਣੀ ਚਾਹੀਦੀ। ਇੱਕ ਗੱਲ ਹੋਰ ਨੋਟੀਫਿਕੇਸ਼ਨ ਸਾਹਮਣੇ ਆ ਰਹੀ ਕਿ ਜਿਹੜੇ ਟੀਚਰਾਂ ਦੀ ਗੱਲ ਕੀਤੀ ਜਾ ਰਹੀ, ਸਰਕਾਰੀ ਟੀਚਰਾਂ ਨੂੰ ਹੁਣ NRIs ਦਾ ਡਾਟਾ ਇਕੱਠਾ ਕਰਨ ਦੀ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੋਈ। ਹਾਲਾਂਕਿ ਇਹਨਾਂ ਦਾ ਜਦੋਂ ਸਰਕਾਰ ਬਣਨੀ ਚੋਣਾਂ ਸੀ, ਇਹਨਾਂ ਦਾ ਕਹਿਣਾ ਸੀ ਕਿ ਟੀਚਰਾਂ ਨੂੰ ਸਿਰਫ ਟੀਚਰਾਂ ਦਾ ਹੀ ਕੰਮ ਦਿੱਤਾ ਜਾਊਗਾ, ਵਾਧੂ ਕੰਮ ਨਹੀਂ ਦਿੱਤਾ ਜਾਊਗਾ। ਦੇਖੋ, ਭਾਵੇਂ ਅਧਿਆਪਕਾਂ ਤੇ ਹੋਰ ਡਿਪਾਰਟਮੈਂਟਾਂ 'ਚ ਪਹਿਲਾਂ ਵੀ ਕੰਮ ਲੈਂਦਾ ਜਾਂਦਾ ਰਿਹਾ, ਦੂਜੀਆਂ ਸਰਕਾਰਾਂ 'ਚ ਵੀ, ਜਿਹਦੇ ਮੈਂ ਹੱਕ 'ਚ ਨਹੀਂ ਲੈਣਾ ਚਾਹੀਦਾ, ਕਿਉਂਕਿ ਅਧਿਆਪਕ ਰਿਸਪੈਕਟੇਬਲ ਪ੍ਰੋਫੈਸ਼ਨ ਆ ਔਰ ਅਧਿਆਪਕ ਦੀ ਡਿਊਟੀ ਬੱਚਿਆਂ ਨੂੰ ਪੜ੍ਹਾਉਣਾ। ਪਰ ਚਲੋ ਸਰਕਾਰਾਂ ਲੈਂਦੀਆਂ ਰਹੀਆਂ, ਉਹ ਅਲੱਗ ਗੱਲ ਆ। ਪਰ ਇਹ ਜਿਹੜੀ ਸਰਕਾਰ ਆ ਮੌਜੂਦਾ, ਇਹ ਤਾਂ ਬੜੇ ਦਾਅਵੇ ਨਾਲ, ਬੜੇ ਹਿੱਕ ਠੋਕ ਕੇ ਕਹਿੰਦੀ ਸੀ ਕਿ ਬਿਲਕੁਲ ਇਹ ਗਲਤ ਆ, ਨਹੀਂ ਲੈਣਾ ਚਾਹੀਦਾ, ਤੇ ਸਾਡੀ ਸਰਕਾਰ ਆਈ ਅਸੀਂ ਕਿਸੇ ਕੀਮਤ 'ਤੇ ਨਹੀਂ ਕਰਾਂਗੇ। ਪਰ ਇਹਨਾਂ ਨੇ ਤਾਂ ਪਹਿਲੇ ਮਹੀਨੇ 'ਚ ਐਕਸਟਰਾ ਸ਼ੁਰੂ ਕਰਤਾ, ਬਲਕਿ ਕਿਉਂਕਿ ਪਹਿਲਾਂ ਵੀ ਵੋਟਾਂ ਵੇਲੇ ਡਿਊਟੀਆਂ ਲੱਗਦੀਆਂ ਸੀਗੀਆਂ, ਹੋਰ ਕੰਮਾਂ ਵਾਲੇ ਪੋਲਿਓ ਡ੍ਰੌਪਸ ਹੋ ਗਏ, ਹੋਰ ਡੇਟਾ ਇਕੱਠੇ 'ਚ ਡਿਊਟੀ ਲੱਗਦੀਆਂ ਰਹੀਆਂ। ਜਿੰਨੀਆਂ ਪਹਿਲਾਂ ਲੱਗਦੀਆਂ ਸੀ ਉਹ ਤੋਂ ਵੀ ਐਕਸਟਰਾ ਲੈਣਾ ਸ਼ੁਰੂ ਕਰਤਾ। ਮੈਂ ਤਾਂ ਹੀ ਕਿਹਾ ਇਹਨਾਂ ਨੇ ਤਾਂ ਅਧਿਆਪਕਾਂ ਤੋਂ ਹੁਣ ਐਕਸਟਰਾ ਬੋਝ ਪਾਉਣਾ ਸ਼ੁਰੂ ਕਰਤਾ, ਪਹਿਲੀਆਂ ਸਰਕਾਰਾਂ ਤੋਂ ਵੀ। ਉਹ ਵਾਅਦਾ ਕਿੱਧਰ ਗਿਆ, ਉਸ ਇਹਨਾਂ ਨੂੰ ਸਪਸ਼ਟ ਕਰਨਾ ਪਏਗਾ। ਜੀ, ਬਹੁਤ ਬਹੁਤ ਧੰਨਵਾਦ ਪ੍ਰੋਫੈਸਰ, ਮਿਹਰਬਾਨੀ, ਥੈਂਕ ਯੂ। ਸੋ ਇਸ ਸਨ ਸਾਡੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੱਦੂਮਾਜਰਾ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਇੱਕ ਕਨਫਿਊਜ਼ਡ ਪਾਰਟੀ ਦੀ ਸਰਕਾਰ ਦੱਸਿਆ, ਤੇ ਨਾਲ ਹੀ ਨਾਲ ਇਹਨਾਂ ਦਾ ਕਹਿਣਾ ਹੈ ਕਿ ਗਰੀਬਾਂ ਦੀ ਜਿਹੜੀ ਰੋਟੀ ਖੋਹ ਰਹੀ ਹੈ, ਜਾਂ ਫਿਰ ਗੱਲ ਕੀਤੀ ਜਾਵੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ, ਤਾਂ ਆਮ ਆਦਮੀ ਪਾਰਟੀ ਨੂੰ ਕਿਸਾਨਾਂ ਦੇ ਲਈ ਜਾਂ ਕਿਸਾਨਾਂ ਦੇ ਹੱਕ ਦੇ ਲਈ ਜਿਹੜੇ ਫੈਸਲੇ ਲੈਣ ਦੀ ਹੁਣ ਬੇਹੱਦ ਲੋੜ ਹੈ। ਕੈਮਰਾ ਪਰਸਨ ਪ੍ਰਵੀਨ ਦੇ ਨਾਲ ਸਾਇਨ ਰੂਲਾ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ।